ਜੌਬ ਦੇ ਵਿੱਚ ਜਾਣ ਲਈ ਜਿਹੜੀ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ ਉਹ ਸਹੀ ਫੀਲਡ ਦਾ ਚੁਣਨਾ ਹੈ। ਸਾਡੇ ਨਾਲ ਵਾਲੇ ਬੱਚੇ ਵੀ ਹੁੰਦੇ ਸੀਗੇ, ਸਟੂਡੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਰਨਾ ਕੀ ਹੈ। ਅਸੀਂ ਸਾਇੰਸ ਪੜ੍ਹ ਰਹੇ ਹਾਂ, ਕਿਉਂ ਪੜ੍ਹ ਰਹੇ ਹਾਂ, ਅਸੀਂ ਆਰਟਸ ਪੜ੍ਹ ਰਹੇ ਹਾਂ, ਕਿਉਂ ਪੜ੍ਹ ਰਹੇ ਹਾਂ। ਉਹ ਅਕੈਡਮੀ ਦੇ ਵਿੱਚ ਅਸੀਂ ਸਾਇੰਸ ਦੇ ਸਟੂਡੈਂਟਸ ਨੂੰ ਪੜ੍ਹਾਉਂਦੇ ਹਾਂ। ਗਾਈਡੈਂਸ ਦੇ ਲਈ ਵੀ ਲੋਕ ਆਉਂਦੇ ਨੇ ਸਾਡੇ ਕੋਲ। ਕੀ ਕਾਰਨ ਲੱਗਦਾ ਤੁਹਾਨੂੰ ਵੀ ਅਗਰ ਕੋਈ ਪਾਰਟਿਸਿਪੇਸ਼ਨ ਨਹੀਂ ਹੋ ਰਹੀ ਤਾਂ ਉਹਦਾ ਕਾਰਨ ਕੀ ਹੈ? ਲੋਕ ਸ਼ਾਇਦ ਪੜ੍ਹਨਾ ਨਹੀਂ ਚਾਹੁੰਦੇ, ਜਿਹੜੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਗਾਈਡੈਂਸ ਨਹੀਂ ਮਿਲਦੀ। ਅਗਰ ਲੋਕਾਂ ਦਾ ਰੁਝਾਨ ਪੜ੍ਹਾਈ ਵੱਲ ਹੋਵੇ ਤਾਂ ਉਹ ਸਾਡੇ ਲੀਡਰ ਸਾਹਿਬਾਨ ਨੂੰ ਇਹ ਮੰਗ ਰੱਖ ਸਕਦੇ ਨੇ ਕਿ ਸਾਡੇ ਕਾਲਜ ਦੇ ਅੰਦਰ ਜਿਹੜੇ ਹੈਗੇ ਨੇ ਰੀਸੈਂਟ ਕੋਰਸਿਸ ਲਿਆਂਦੇ ਜਾਣ, ਪ੍ਰੋਫੈਸ਼ਨਲ ਕੋਰਸਿਸ ਲਿਆਂਦੇ ਜਾਣ, ਤਾਂ ਕਿ ਸਾਡੇ ਬੱਚੇ ਇੱਥੇ ਸੈਲਫ ਡਿਪੈਂਡੈਂਸ ਦੇ ਨਾਲ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਸਕਣ, ਉਸ ਤਰ੍ਹਾਂ ਦਾ ਸਕਿਲਡ। ਜਾਂ ਫਿਰ ਗੌਰਮੈਂਟ ਜਿਹੜੇ ਸਰਵਿਸ ਓਰੀਐਂਟਡ ਕੋਰਸਿਸ ਨੇ ਉਹ ਅਸੀਂ ਬੱਚਿਆਂ ਨੂੰ ਅਵੇਲ ਕਰਾਈਏ। ਤੁਸੀਂ ਕੋਈ ਐਫਰਟ ਕਰ ਰਹੇ ਹੋ ਗਾਈਡੈਂਸ ਦੀ ਬੱਚਿਆਂ ਵਾਸਤੇ? ਅਗਰ ਕਿਸੇ ਨੇ ਗਾਈਡੈਂਸ ਲੈਣੀ ਹੋਵੇ ਤੁਹਾਡੇ ਕੋਲੋਂ, ਉਹ ਕਿੱਥੇ ਆ ਸਕਦਾ ਹੈ, ਕਿੱਥੇ ਮਿਲ ਸਕਦਾ ਤੁਹਾਨੂੰ? तो ਅਸੀਂ ਇੱਥੇ ਆ ਕੇ ਅਕੈਡਮੀ ਸ਼ੁਰੂ ਕੀਤੀ। तो उस ਅਕੈਡਮੀ ਦਾ ਨਾਮ ਪ੍ਰੋਫੈਸਰ SPS ਅਕੈਡਮੀ ਫॉर ਐਕਸੀਲੈਂਸ ਹੈ। तो ਉਹ ਅਕੈਡਮੀ ਦੇ ਵਿੱਚ ਅਸੀਂ ਸਾਇੰਸ ਦੇ ਸਟੂਡੈਂਟਸ ਨੂੰ ਪੜ੍ਹਾਉਂਦੇ ਹਾਂ। ਗਾਈਡੈਂਸ ਦੇ ਲਈ ਵੀ ਲੋਕ ਆਉਂਦੇ ਨੇ ਸਾਡੇ ਕੋਲ। तो ਸਾਇੰਟਿਸਟ ਬਣਨ ਦੇ ਲਈ ਫਿਰ ਅੱਗੇ ਸਾਨੂੰ ਕਿਸੇ ਵੀ ਸਟੇਜ 'ਤੇ ਅਸੀਂ ਐਂਟਰ ਹੋ ਸਕਦੇ ਹਾਂ। ਡਿਫਰੈਂਟ ਲੈਵਲਸ ਨੇ ਇਸ ਦੇ ਲਈ। तो ਉਹਨਾਂ ਦੇ ਵਿੱਚੋਂ ਵੈਲਕਮ ਟੂ ਰੀਸੈਂਟ ਟਾਈਮਸ। ਮੈਂ ਮਾਮੂਨ ਰਸ਼ੀਦ ਆਪਣੇ ਚੈਨਲ ਵਾਸਤੇ ਅੱਜ ਫੇਰ ਸਵਾਗਤ ਕਰਦਾ ਇਸ ਪਲੇਟਫਾਰਮ ਦੇ ਉੱਪਰ ਤੁਹਾਡਾ। ਐਜ਼ ਯੂਜੂਅਲ ਇੱਕ ਬੈਸਟ ਪਰਸਨੈਲਿਟੀ ਔਰ ਬੈਸਟ ਇਨਫੋਰਮੇਸ਼ਨ ਦੇ ਨਾਲ ਹਾਜ਼ਰ ਹਾਂ। ਬਹੁਤ ਅੱਛੀ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਹਾਂ ਤੁਹਾਡੇ ਲਈ। ਅੱਜ ਜੋ ਵੀਡੀਓ ਹੈ ਉਹ ਇਸ ਕਰਕੇ ਇੰਟਰਸਟਿੰਗ ਔਰ ਇੰਪੋਰਟੈਂਟ ਹੈ ਕਿ ਮਲੇਰਕੋਟਲੇ ਦਾ ਪਹਿਲਾ ਐਸਾ ਮੈਂ ਇੱਕ ਬੰਦਾ ਇੰਟਰੋਡਿਊਸ ਕਰਵਾ ਰਿਹਾ ਤੁਹਾਡੇ ਨਾਲ ਜੋ ਸਾਇੰਟਿਸਟ ਹੈ। ਜੀ ਹਾਂ, ਬਿਲਕੁਲ ਸਹੀ ਸੁਣ ਰਹੇ ਹੋ, ਸਾਇੰਟਿਸਟ ਹੈ ਮਲੇਰਕੋਟਲੇ ਦੇ ਵਿੱਚ। ਔਰ ਸਾਨੂੰ ਪਤਾ ਚੱਲਿਆ, ਅਸੀਂ ਵੀ ਸੋਚਿਆ ਕਿ ਚਲੋ ਗੱਲਬਾਤ ਕਰੀਏ। ਡਾਕਟਰ ਸ਼ਫੀਕ ਸਾਹਿਬ ਹੈ ਜੋ ਮਲੇਰਕੋਟਲੇ ਤੋਂ ਬਿਲੋਂਗ ਕਰਦੇ ਆ, ਇੱਥੋਂ ਕਿਲ੍ਹਾ ਰਹਿਮਤਗੜ੍ਹ ਤੋਂ ਹੈ। ਔਰ ਅੱਜ ਮਿਲਵਾਵਾਂਗੇ ਤੁਹਾਨੂੰ ਸ਼ਫੀਕ ਸਾਹਿਬ ਦੇ ਨਾਲ ਔਰ ਗੱਲ ਕਰਾਂਗੇ ਇਹਨਾਂ ਦੇ ਨਾਲ। ਸ਼ਫੀਕ ਸਾਹਿਬ, ਸਭ ਤੋਂ ਪਹਿਲਾਂ ਵੈਲਕਮ ਕਹੂੰਗਾ ਤੁਹਾਨੂੰ ਸਾਡੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਜੀ। ਥੈਂਕ ਯੂ ਸਰ। ਸ਼ਫੀਕ ਸਾਹਿਬ, ਤੁਸੀਂ ਮੇਰਾ ਖਿਆਲ ਹੈ ਮਲੇਰਕੋਟਲੇ ਦੇ ਪਹਿਲੇ ਸਾਇੰਟਿਸਟ ਹੋਵੋਗੇ। ਸਰ ਕਰੰਟਲੀ ਮੈਂ ਹੈਗਾ, ਬਟ ਇਸ ਤੋਂ ਪਹਿਲਾਂ ਵੀ ਸਾਡੇ ਮਲੇਰਕੋਟਲੇ ਦੇ ਅੰਦਰ ਅੱਛੇ ਸ਼ਖਸੀਅਤ ਹੈਗੀਆਂ ਨੇ, ਅੱਛੇ ਸਾਇੰਟਿਸਟ ਨਿਕਲੇ ਨੇ, ਪਰ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਕਿਉਂਕਿ ਉਹ ਇੱਥੋਂ ਨਿਕਲ ਕੇ ਵਾਪਸ ਨਹੀਂ ਆਏ। ਤੋ ਮੈਂ ਉਹਨਾਂ ਵਿੱਚੋਂ ਇੱਕ ਹਾਂ। ਤੋ ਪ੍ਰੋਫੈਸਰ ਅਖਤਰ ਮਹਿਮੂਦ ਸਾਹਿਬ ਨੇ, ਉਹਨਾਂ ਦੇ ਮਿਸਿਸ ਹੈਗੇ ਨੇ। ਤੋ ਇਸੇ ਤਰ੍ਹਾਂ ਡਾਕਟਰ ਤਾਜ ਮੁਹੰਮਦ ਨੇ, ਅੱਛੇ ਸਾਇੰਟਿਸਟ ਨਿਕਲੇ ਹੈਗੇ ਨੇ, ਬਟ ਉਹ ਉਹਨਾਂ ਦੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਬਿਜ਼ੀ ਰਹੇ। ਤੋ ਮਲੇਰਕੋਟਲੇ ਨਾਲ ਰਾਬਤਾ ਉਹਨਾਂ ਦਾ ਥੋੜ੍ਹਾ ਘੱਟ ਹੀ ਰਿਹਾ ਹੈ ਜੀ। ਸਰ, ਮੈਂ ਇੱਕ ਇਹ ਗੱਲ ਪੁੱਛੂੰਗਾ ਕਿ ਐਟ ਪ੍ਰੈਜ਼ੈਂਟ ਤੇ ਤੁਸੀਂ ਹੋ ਇੱਥੇ ਮਲੇਰਕੋਟਲੇ ਦੇ ਵਿੱਚ ਜੋ ਬੱਚਿਆਂ ਨੂੰ ਗਾਈਡ ਕਰ ਸਕਦੇ ਹੋ, ਜੋ ਮਤਲਬ ਸਾਡਾ ਫਿਊਚਰ ਆਉਣ ਵਾਲਾ ਜੋ ਆਪਾਂ ਕਹਿ ਸਕਦੇ ਹਾਂ ਕਿ ਮਲੇਰਕੋਟਲੇ ਦਾ ਜੋ ਫਿਊਚਰ ਹੈ, ਮਲੇਰਕੋਟਲੇ ਦੇ ਜੋ ਸਟੂਡੈਂਟਸ ਹੈ, ਅਗਰ ਉਹਨਾਂ ਨੂੰ ਗਾਈਡੈਂਸ ਚਾਹੀਦੀ ਉਹਨਾਂ ਵਾਸਤੇ ਤਾਂ ਤੁਸੀਂ ਹੀ ਅਵੇਲੇਬਲ ਹੋ? ਹਾਂਜੀ, ਫਿਲਹਾਲ ਜਿਹੜਾ ਹੈ ਕਰੰਟਲੀ ਜਿਹੜਾ ਮੈਂ ਅਵੇਲੇਬਲ ਹੈ, ਮੇਰੇ ਵਾਈਫ ਹੈਗੇ ਨੇ। ਤੋ ਉਹਨਾਂ ਨੇ ਵੀ ਡਾਕਟਰੇਟ ਕੀਤੀ ਹੈ ਬੋਟਨੀ ਦੇ ਅੰਦਰ, ਅਤੇ ਮੈਂ ਅਵੇਲੇਬਲ ਹੈਗਾ ਮਲੇਰਕੋਟਲੇ ਦੇ ਅੰਦਰ। ਅਸੀਂ ਕੰਮ ਕਰ ਰਹੇ ਹੈਗੇ ਆ, ਬੱਚਿਆਂ ਨੂੰ ਗਾਈਡੈਂਸ ਦੇ ਰਹੇ ਹਾਂ ਤਾਂ ਕਿ ਉਹ ਸਾਇੰਸ ਦੇ ਅੰਦਰ ਤਰੱਕੀ ਕਰਨ, ਅੱਗੇ ਨਿਕਲਣ। ਕਿਉਂਕਿ ਸਾਡਾ ਜਿਹੜਾ ਮਲੇਰਕੋਟਲਾ ਹੈ, ਇੱਥੇ ਬੱਚੇ ਪੜ੍ਹਦੇ ਤਾਂ ਹੈਗੇ ਨੇ ਪਰ ਅੱਗੇ ਉਚਾਈਆਂ ਹਾਇਰ ਐਜੂਕੇਸ਼ਨ ਦੀ ਜਿਹੜੀ ਗੱਲ ਹੈਗੀ ਆ ਉੱਥੇ ਬਹੁਤ ਘੱਟ ਜਾਂਦੇ ਨੇ। ਤੋ ਇਸ ਲਈ ਅਸੀਂ ਸੋਚਿਆ ਕਿ ਸਾਨੂੰ ਵਾਪਸ ਮਲੇਰਕੋਟਲੇ ਆਉਣਾ ਚਾਹੀਦਾ ਅਤੇ ਉੱਥੇ ਆ ਕੇ ਗੱਲ ਕਰਨੀ ਚਾਹੀਦੀ ਹੈ ਲੋਕਾਂ ਦੇ ਨਾਲ, ਅਤੇ ਗਾਈਡੈਂਸ ਦਈਏ ਬੱਚਿਆਂ ਨੂੰ ਤਾਂ ਕਿ ਉਹ ਆਪਣੀ ਸਹੀ ਸੇਧ ਚੁਣ ਸਕਣ। ਕਿਉਂਕਿ ਜੌਬ ਦੇ ਅੰਦਰ ਅਗਰ ਤੁਸੀਂ ਸੱਚਰ ਕਮੇਟੀ ਦੀ ਰਿਪੋਰਟ ਵੀ ਦੇਖੋ ਜਾਂ ਫਿਰ ਅਸੀਂ ਹੋਰ ਰੀਸੈਂਟ ਜਿਹੜੇ ਸਰਵੇਜ਼ ਹੋਏ ਨੇ, ਉਹਨਾਂ ਦੇ ਵਿੱਚ ਜਿਹੜੀ ਮਲੇਰਕੋਟਲੇ ਦੇ ਲੋਕ ਜਾਂ ਖਾਸ ਕਰ ਮੁਸਲਿਮ ਵਰਗ ਦੇ ਲੋਕਾਂ ਦੀ ਜਿਹੜੀ ਪਾਰਟੀਸਪੇਸ਼ਨ ਹੈ ਉਹ ਦੇਸ਼ ਦੇ ਵਿੱਚ ਬੜੀ ਘੱਟ ਹੈ। ਤੋ ਇਹੀ ਵਜ੍ਹਾ ਹੈ ਕਿ ਸਾਡੀਆਂ ਜਿਹੜੀਆਂ ਲੈਕਸ ਰਹਿੰਦੀਆਂ ਨੇ, ਸਾਡੀਆਂ ਕਮੀਆਂ ਰਹਿੰਦੀਆਂ ਨੇ ਕਿ ਅਸੀਂ ਹਾਇਰ ਐਜੂਕੇਸ਼ਨ 'ਚ ਨਹੀਂ ਜਾਂਦੇ, ਸਾਨੂੰ ਅੱਗੇ ਫੀਲਡ ਦਾ ਪਤਾ ਨਹੀਂ ਚੱਲਦਾ। ਜੌਬ ਦੇ ਵਿੱਚ ਜਾਣ ਲਈ ਜਿਹੜੀ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ ਉਹ ਸਹੀ ਫੀਲਡ ਦਾ ਚੁਣਨਾ ਹੈ। ਅਗਰ ਸਾਨੂੰ ਸਹੀ ਫੀਲਡ ਦਾ ਪਤਾ ਹੈ ਫਿਰ ਹੀ ਅਸੀਂ ਅੱਗੇ ਜਾ ਸਕਾਂਗੇ। ਤੋ ਇਹ ਬਹੁਤ ਵੱਡਾ ਕਾਰਨ ਹੈ ਕਿ ਜਿਹੜਾ ਮੁਸਲਿਮ ਵਰਗ ਹੈ ਇੰਡੀਆ ਦੇ ਅੰਦਰ ਰਿਪਰੈਜ਼ੈਂਟੇਸ਼ਨ 'ਚ ਬਹੁਤ ਘੱਟ ਹੈ। ਮੌਕੇ ਸਰਕਾਰ ਨੇ ਸਭ ਦੇ ਲਈ ਅਵੇਲ ਕਰਾਏ ਹੋਏ ਨੇ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਪਰ ਅਸੀਂ ਜਾਂਦੇ ਹੀ ਨਹੀਂ ਹੈਗੇ। ਇੱਕ ਵਾਰ ਇੱਕ ਐਜੂਕੇਸ਼ਨ ਮਿਨਿਸਟਰ ਨੇ ਆਪਣੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਪੁਰਾਣੀ ਗੱਲ ਦੱਸ ਰਿਹਾ ਕਿ ਪੁੱਛਿਆ ਕਿ ਮੁਸਲਿਮ ਬੱਚੇ ਅਸੀਂ ਸਿਲੈਕਟ ਕਿਉਂ ਨਹੀਂ ਕਰਦੇ। ਤਾਂ ਉਹਨਾਂ ਨੇ ਪੂਰੀ ਲਿਸਟ ਮੰਗਵਾਈ IAS ਬੱਚਿਆਂ ਦੀ, ਅਤੇ ਉੱਥੇ ਕੈਂਡੀਡੇਟਸ ਤਾਂ ਦੇਖਿਆ ਗਿਆ ਕਿ ਮੁਸਲਿਮ ਕਿੰਨੇ ਕੁ ਪਾਰਟੀਸਪੇਟ ਕੀਤੇ ਨੇ। ਤੋ ਐਗਜ਼ੈਕਟ ਫਿਗਰ ਤਾਂ ਮੈਨੂੰ ਯਾਦ ਨਹੀਂ ਹੈ, ਪਰ ਉਹਨਾਂ ਦੀ ਜਿਹੜੀ ਪਾਰਟੀਸਪੇਸ਼ਨ ਦੀ, ਜਿਨ੍ਹਾਂ ਨੇ ਟੈਸਟ ਦਿੱਤਾ ਸਿਵਲ ਸਰਵਿਸਿਜ਼ ਦਾ, ਉਹ ਨਾ ਮਾਤਰ ਸੀਗਾ। ਤੋ ਉਹਨਾਂ ਦੇ ਵਿੱਚੋਂ
ਬਹੁਤ ਸਾਰੀ ਪਰਸੈਂਟੇਜ ਜਿਹੜੀ ਸੀਗੀ ਉਹਨਾਂ ਨੇ ਕੁਆਲੀਫਾਈ ਕੀਤਾ। ਇਟ ਮੀਨਸ ਅਸੀਂ ਪਾਰਟਿਸਿਪੇਟ ਹੀ ਨਹੀਂ ਕਰਦੇ। ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਕੀ ਕਾਰਨ ਲੱਗਦਾ ਤੁਹਾਨੂੰ ਵੀ ਅਗਰ ਕੋਈ ਪਾਰਟਿਸਿਪੇਸ਼ਨ ਨਹੀਂ ਹੋ ਰਹੀ ਤਾਂ ਉਹਦਾ ਕਾਰਨ ਕੀ ਹੈ? ਸਰ ਦੇਖੋ, ਸਭ ਤੋਂ ਪਹਿਲਾ ਜਿਹੜਾ ਵੱਡਾ ਕਾਰਨ ਹੈ ਕਿ ਅਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਤਾਂ ਜਾਂਦੇ ਹੀ ਨਹੀਂ ਹੈਗੇ। ਤੇ ਦੂਸਰੀ ਗੱਲ ਇਹ ਹੈਗੀ ਕਿ ਅਵੇਅਰਨੈਸ ਗਾਈਡੈਂਸ ਦੀ ਸਭ ਤੋਂ ਵੱਡੀ ਕਮੀ ਹੈ। ਸਿਲੇਬਸ ਕਿੱਥੋਂ ਆਏਗਾ, ਜਾਂ ਫਿਰ ਅੱਗੇ ਸਿਲੇਬਸ ਦੇ ਵਿੱਚ ਪੜ੍ਹਨਾ ਕੀ ਹੈ, ਟੈਸਟ ਦੀ ਤਿਆਰੀ ਕਿਵੇਂ ਕਰਨੀ ਹੈ, ਬਿਲਕੁਲ ਵੀ ਕੋਈ ਜਾਣਕਾਰੀ ਨਹੀਂ ਸੀਗੀ ਕਿ ਕਿਸ ਤਰ੍ਹਾਂ ਗਵਰਨਮੈਂਟ ਜੌਬ ਮਿਲਦੀ ਹੈ। ਈਵਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈਗਾ ਏ, ਇਸੇ ਤਰ੍ਹਾਂ ਪੰਜਾਬ ਦਾ ਇੱਕ ਹੋਰ ਬੋਰਡ ਹੈਗਾ ਜਿਹੜਾ ਗਵਰਨਮੈਂਟ ਭਰਤੀਆਂ ਕਰਦਾ ਹੈਗਾ, ਸਰਕਾਰੀ ਨੌਕਰੀਆਂ ਨੂੰ ਮੌਕੇ ਅਫਸਰ ਅਵੇਲੇਬਲ ਕਰਾਉਂਦਾ ਹੈਗਾ ਏ, ਪਰ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ। ਅਸੀਂ ਤਾਂ ਸਿਰਫ ਬੀਐਡ ਦੇ ਉੱਪਰ ਧਿਆਨ ਦਿੰਦੇ ਹਾਂ ਕਿ ਅਸੀਂ ਬੀਐਡ ਕਰ ਲੈਣੀ ਹੈ, ਜਾਂ ਫਿਰ ਕਿਸੇ ਟਾਈਮ ਯਾਦ ਹੈ ਮੇਰੇ 2006-07 ਦੇ ਟਾਈਮ MBA ਦਾ ਟ੍ਰੈਂਡ ਚੱਲਿਆ ਸੀਗਾ, ਅਤੇ ਉਸੇ ਦੌਰਾਨ PGDCA ਦਾ ਟ੍ਰੈਂਡ ਚੱਲਿਆ ਸੀਗਾ, ਤਾਂ ਲੋਕਾਂ ਨੇ ਬਸ ਉਹੀ ਅਵੇਲੇਬਲ ਕੀਤੇ। ਤਾਂ ਸਾਡੇ ਕਾਲਜ ਦੇ ਅੰਦਰ ਜਿਹੜੇ ਕੋਰਸਿਸ ਹੈਗੇ ਨੇ ਉਹ ਵੀ ਉਸ ਲੈਵਲ ਦੇ ਨਹੀਂ ਹੈਗੇ ਕਿ ਜਿੱਦਾਂ ਸਾਨੂੰ ਜਿਹੜੇ ਸਬਜੈਕਟ ਚਾਹੀਦੇ ਨੇ ਅੱਜ ਕੱਲ੍ਹ ਉਹ ਸਾਰੇ ਹੋਣ। ਅਸੀਂ ਉਹਨਾਂ ਮੰਗਾਂ ਨੂੰ ਲੈ ਕੇ ਹੀ ਨਹੀਂ ਆਉਂਦੇ। ਤਾਂ ਦੂਜਾ ਜਿਹੜਾ ਕਸੂਰ ਹੈਗਾ ਉਹ ਸਾਡੇ ਸ਼ਹਿਰ ਦੇ ਲੋਕਾਂ ਦਾ। ਉਹ ਵਜ੍ਹਾ ਇਹ ਹੈ ਕਿ ਲੋਕ ਸ਼ਾਇਦ ਪੜ੍ਹਨਾ ਨਹੀਂ ਚਾਹੁੰਦੇ, ਜਿਹੜੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ ਗਾਈਡੈਂਸ ਨਹੀਂ ਮਿਲਦੀ। ਅਗਰ ਲੋਕਾਂ ਦਾ ਰੁਝਾਨ ਪੜ੍ਹਾਈ ਵੱਲ ਹੋਵੇ ਤਾਂ ਉਹ ਸਾਡੇ ਲੀਡਰ ਸਾਹਿਬਾਨ ਨੂੰ ਇਹ ਮੰਗ ਰੱਖ ਸਕਦੇ ਨੇ ਕਿ ਸਾਡੇ ਕਾਲਜ ਦੇ ਅੰਦਰ ਜਿਹੜੇ ਹੈਗੇ ਨੇ ਰੀਸੈਂਟ ਕੋਰਸਿਸ ਲਿਆਂਦੇ ਜਾਣ, ਪ੍ਰੋਫੈਸ਼ਨਲ ਕੋਰਸਿਸ ਲਿਆਂਦੇ ਜਾਣ, ਤਾਂ ਕਿ ਸਾਡੇ ਬੱਚੇ ਇੱਥੇ ਸੈਲਫ ਡਿਪੈਂਡੈਂਸ ਦੇ ਨਾਲ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਸਕਣ ਉਸ ਤਰ੍ਹਾਂ ਦਾ ਸਕਿਲਡ, ਜਾਂ ਫਿਰ ਗਵਰਨਮੈਂਟ ਜਿਹੜੇ ਸਰਵਿਸ ਓਰੀਐਂਟਡ ਕੋਰਸਿਸ ਨੇ ਉਹ ਅਸੀਂ ਬੱਚਿਆਂ ਨੂੰ ਅਵੇਲ ਕਰਾਈਏ। ਪਰ ਜਿਹੜੇ ਸਾਡੀ ਟ੍ਰੈਡੀਸ਼ਨਲ ਐਜੂਕੇਸ਼ਨ ਸਿਸਟਮ ਹੈ ਉਹੀ ਸਾਡਾ ਚੱਲਦਾ ਹੈ। ਤਾਂ ਇਹ ਇੱਕ ਵੱਡੀ ਵਜ੍ਹਾ ਹੈ ਕਿ ਲੋਕ ਗਵਰਨਮੈਂਟ ਜੌਬ ਦੇ ਵਿੱਚ ਨਹੀਂ ਆਏ ਅਜੇ ਤੱਕ। ਸ਼ਫੀਕ ਸਾਹਿਬ, ਇੱਥੇ ਇੱਕ ਕੁਐਸਚਨ ਮੈਂ ਇਹ ਲਊਂਗਾ ਤੁਹਾਡੇ ਤੋਂ। ਸਾਇੰਟਿਸਟ ਅਗਰ ਮੈਂ ਗੱਲ ਕਰਾਂ, ਤੁਸੀਂ ਮੈਨੂੰ ਕਹੋ ਕਿ ਸਾਇੰਟਿਸਟ, ਮੈਨੂੰ ਸਾਇੰਸਦਾਨ ਦਾ ਪਤਾ ਕਿ ਸਾਇੰਟਿਸਟ ਸਾਇੰਸਦਾਨ ਹੁੰਦਾ। ਐਗਜ਼ੈਕਟਲੀ ਅਗਰ ਆਪਾਂ ਇਹਨੂੰ ਡਿਫਾਈਨ ਕਰਨਾ ਹੋਵੇ ਕਿ ਇੱਕ ਸਾਇੰਟਿਸਟ ਹੁੰਦਾ ਕੀ ਹੈ, ਆਪਾਂ ਕਿਹਨੂੰ ਕਹਿ ਸਕਦੇ ਹਾਂ ਸਾਇੰਟਿਸਟ? ਸਰ ਉਹਦੇ 'ਤੇ ਥੋੜ੍ਹਾ ਜਿਹਾ ਰੋਸ਼ਨੀ ਪਾਓ। ਹਰ ਉਹ ਬੰਦਾ ਸਾਇੰਟਿਸਟ ਆ ਜਿਹੜਾ ਸਾਇੰਸ ਨੂੰ ਸਮਝਣਾ ਚਾਹੁੰਦਾ। ਜੇ ਅਸੀਂ ਕਹੀਏ ਕਿ ਸਾਇੰਟਿਸਟ ਸਾਇੰਸ ਇਜਾਦ ਕਰਦਾ ਹੈ, ਸਾਇੰਸ ਦੀ ਖੋਜ ਕਰਦਾ ਹੈ, ਇੱਦਾਂ ਨਹੀਂ ਹੈ। ਇਹ ਇੱਕ ਸਹੀ ਜਿਹੜਾ ਹੈ ਧਾਰਨਾ ਨਹੀਂ ਹੋਏਗੀ। ਲੇਕਿਨ ਜਿਹੜਾ ਸਾਇੰਟਿਸਟ ਹੁੰਦਾ ਹੈ ਉਹ ਸਾਇੰਸ ਨੂੰ, ਕੁਦਰਤ ਦੀਆਂ ਜਿਹੜੀਆਂ ਮਿਸਟਰੀਜ਼ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਸੋ ਉਹਦੇ ਵਿੱਚ ਤੁਹਾਡਾ ਫੀਲਡ ਹੋ ਸਕਦਾ ਹੈ ਕਿ ਤੁਸੀਂ ਕਿਹੜਾ ਪਾਰਟ ਪੜ੍ਹ ਰਹੇ ਹੋ। ਅਗਰ ਤੁਸੀਂ ਸਪੇਸ ਨੂੰ ਪੜ੍ਹ ਰਹੇ ਹੋ ਤਾਂ ਫਿਰ ਤੁਸੀਂ ਫਿਜ਼ਿਕਸ ਦੇ ਫੀਲਡ 'ਚ ਜਾ ਕੇ ਕੰਮ ਕਰੋਗੇ, ਸਪੇਸ ਫਿਜ਼ਿਕਸ 'ਚ ਕੰਮ ਕਰੋਗੇ। ਅਗਰ ਤੁਸੀਂ ਮੈਡੀਕਲ ਫੀਲਡ ਨੂੰ ਪੜ੍ਹ ਰਹੇ ਹੋ ਤਾਂ ਫਿਰ ਤੁਸੀਂ ਮੈਡੀਕਲ ਸਾਇੰਟਿਸਟ ਕਹਾਓਗੇ। ਤਾਂ ਸਾਇੰਟਿਸਟ ਉਹ ਹੈ ਜਿਹੜਾ ਕਿ ਸਾਇੰਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਤਾਂ ਸਾਇੰਟਿਸਟ ਬਣਨ ਦੇ ਲਈ ਫਿਰ ਅੱਗੇ ਸਾਨੂੰ ਕਿਸੇ ਵੀ ਸਟੇਜ 'ਤੇ ਅਸੀਂ ਐਂਟਰ ਹੋ ਸਕਦੇ ਹਾਂ। ਡਿਫਰੈਂਟ ਲੈਵਲਸ ਨੇ ਇਸ ਦੇ ਲਈ। ਤਾਂ ਉਹਨਾਂ ਦੇ ਵਿੱਚੋਂ ਜਿਵੇਂ ਸਭ ਤੋਂ ਪਹਿਲਾਂ ਹੈ ਸਾਨੂੰ ਸਾਇੰਸ ਪੜ੍ਹਨੀ ਪੈਣੀ ਹੈ। BSc ਕਰਦੇ ਹਾਂ ਜਾਂ ਫਿਰ BTech ਕਰਦੇ ਹਾਂ, ਕੋਈ ਵੀ ਗ੍ਰੈਜੂਏਸ਼ਨ ਡਿਗਰੀ ਸਾਇੰਸ ਦੀ। ਜਿਵੇਂ ਇੰਡੀਆ ਦੇ ਅੰਦਰ ਜ਼ਿਆਦਾਤਰ ਤਾਂ BSc ਅਤੇ BS, ਜਿਵੇਂ ਆਈਸਰ ਮੋਹਾਲੀ, ਆਈਸਰਸ ਨੇ ਸਾਡੇ ਇੱਥੇ, ਆਈਸਰ ਮੋਹਾਲੀ ਹੈ, ਤਾਂ ਉਹਨਾਂ ਦੇ ਵਿੱਚ BSMS ਹੁੰਦੀ ਹੈ। ਤਾਂ ਅਸੀਂ ਉੱਥੇ ਇੱਕ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸ਼ਫੀਕ ਸਾਹਿਬ, ਇੱਥੇ ਇੱਕ ਗੱਲ ਹੋਰ ਦੱਸੋ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੈਕ ਆਫ ਗਾਈਡੈਂਸ, ਸਾਡੇ ਜੋ ਮਤਲਬ ਬੱਚੇ ਸ਼ਹਿਰ ਦੇ ਬੱਚੇ ਆ ਉਹਨਾਂ ਨੂੰ ਗਾਈਡੈਂਸ ਨਹੀਂ ਹੈ। ਅਗਰ ਮੈਂ ਗੱਲ ਕਹਾਂ ਕਿ ਤੁਸੀਂ ਉਸ ਲੈਵਲ ਦੇ ਉੱਪਰੋਂ ਅੱਜ ਕਿ ਇੱਕ ਅਪ ਟੂ ਦਾ ਮਾਰਕ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਇੱਕ ਲੈਵਲ ਦੇ ਉੱਪਰ ਪਹੁੰਚ ਗਏ, ਅੱਜ ਬੈਠ ਕੇ ਤੁਸੀਂ ਕੋਈ ਐਫਰਟ ਕਰ ਰਹੇ ਹੋ ਗਾਈਡੈਂਸ ਦੀ ਬੱਚਿਆਂ ਵਾਸਤੇ? ਅਗਰ ਕਿਸੇ ਨੇ ਗਾਈਡੈਂਸ ਲੈਣੀ ਹੋਵੇ ਤੁਹਾਡੇ ਕੋਲੋਂ, ਉਹ ਕਿੱਥੇ ਆ ਸਕਦਾ ਹੈ, ਕਿੱਥੇ ਮਿਲ ਸਕਦਾ ਤੁਹਾਨੂੰ? ਜੀ, ਗਾਈਡੈਂਸ ਦਾ ਮਾਮਲਾ ਜਿਹੜਾ ਹੈਗਾ ਉਹ ਕਿਉਂਕਿ ਜਦੋਂ ਮੈਂ ਪੜ੍ਹਦਾ ਸੀਗਾ ਤਾਂ ਉਸ ਟਾਈਮ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀਗੀਆਂ। ਮੇਰੀ ਤਰ੍ਹਾਂ ਸਾਰੇ ਲੋਕ, ਮੈਂ ਅਕਸਰ ਕਹਿੰਦਾ ਹਾਂ ਕਿ ਸਾਰੇ ਲੋਕ ਲੱਕੀ ਨਹੀਂ ਹੁੰਦੇ। ਮੈਨੂੰ ਮੇਰੇ ਟੀਚਰਸ ਬੜੇ ਅੱਛੇ ਮਿਲੇ। ਉਹਨਾਂ ਦੇ ਵਿੱਚ ਮੈਂ ਆਪਣੇ ਟੀਚਰ ਦਾ ਨਾਮ ਮੈਂਸ਼ਨ ਕਰਨਾ ਜ਼ਰੂਰ ਚਾਹਾਂਗਾ। ਸਾਡੇ ਕੈਮਿਸਟਰੀ ਦੇ ਟੀਚਰ ਹੁੰਦੇ ਸੀਗੇ, ਉਹਨਾਂ ਦਾ ਮੇਰੀ ਲਾਈਫ ਦੇ ਉੱਪਰ ਬੜਾ ਪ੍ਰਭਾਵ ਪਿਆ, ਅਤੇ ਉਹਨਾਂ ਦਾ ਨਾਮ ਸੀਗਾ ਮਿਸ ਪ੍ਰਭਜੋਤ ਕੌਰ। ਅਤੇ ਇਸੇ ਤਰ੍ਹਾਂ ਮੇਰੇ ਇੱਕ ਟੀਚਰ ਸੀਗੇ ਜ਼ੂਲੌਜੀ ਦੇ, ਉਹਨਾਂ ਦਾ ਨਾਮ ਹੈਗਾ ਡਾਕਟਰ ਜ਼ੀਆ ਜਮਾਲ। ਅੱਜ ਕੱਲ੍ਹ ਮਲੇਰਕੋਟਲਾ ਕਾਲਜ 'ਚ ਪੜ੍ਹਾਉਂਦੇ ਹੈਗੇ ਨੇ ਉਹ। ਤਾਂ ਉਹਨਾਂ ਦਾ ਵੀ ਕਾਫੀ ਅੱਛਾ ਰਿਸਰਚ ਫੀਲਡ ਹੈ, ਹਿਊਮਨ ਬਾਇਓਲੋਜੀ 'ਚ ਉਹਨਾਂ ਨੇ ਕੰਮ ਕੀਤਾ, ਅਤੇ ਉਹਨਾਂ ਨੇ ਮੈਨੂੰ ਗਾਈਡੈਂਸ ਦਿੱਤੀ ਪੂਰੀ ਪ੍ਰੋਪਰ। ਤਾਂ ਮੈਨੂੰ ਯਾਦ ਹੈ ਕਿ ਪ੍ਰਭਜੋਤ ਮੈਡਮ ਮੇਰੇ ਲਈ ਬੁੱਕਸ ਲੈ ਕੇ ਆਉਂਦੇ ਸੀਗੇ ਤਾਂ ਕਿ ਮੇਰੀ ਜਿਹੜੀ ਕਰਿਓਸਿਟੀ ਹੈ, ਮੇਰਾ ਇੱਕ ਅਲੱਗ ਤੋਂ ਪੈਸ਼ਨ ਬਣ ਜਾਵੇ। ਤਾਂ ਮੈਨੂੰ ਯਾਦ ਆ ਉਹਨਾਂ ਨੇ ਮੈਨੂੰ ਡਾਕਟਰ APJ ਅਬਦੁਲ ਕਲਾਮ ਦੀ ਬੁੱਕ ਜਿਹੜੀ ਹੈ ਵਿੰਗਸ ਆਫ ਫਾਇਰ, ਪਹਿਲੀ ਬੁੱਕ ਸੀਗੀ ਉਹਨਾਂ ਦੀ, ਤਾਂ ਉਹ ਮੈਨੂੰ ਲਿਆ ਕੇ ਦਿੱਤੀ ਸੀ ਕਿ ਬੇਟਾ ਇਹਨੂੰ ਪੜ੍ਹ। ਤਾਂ ਪਤਾ ਨਹੀਂ ਮੇਰੇ ਟੀਚਰਸ ਨੂੰ ਮੇਰੇ ਅੰਦਰ ਕੀ ਦਿਖਦਾ ਸੀਗਾ। ਆਲਦੋ ਉਹਨਾਂ ਦਿਨਾਂ ਦੇ ਵਿੱਚ ਮੈਂ ਬਿਲਕੁਲ ਹੀ ਡਿਪਰੈਸ ਹੋਇਆ ਰਹਿੰਦਾ ਥਾ। ਮੈਨੂੰ ਸਾਇੰਸ ਬਹੁਤ ਮੁਸ਼ਕਿਲ ਲੱਗਦੀ ਸੀਗੀ ਕਿਉਂਕਿ ਮੈਂ ਪੰਜਾਬੀ ਮੀਡੀਅਮ ਤੋਂ ਆਇਆ ਸੀ।
ਮੇਰੀ ਮੈਟ੍ਰਿਕੂਲੇਸ਼ਨ ਪੰਜਾਬੀ ਮੀਡੀਅਮ ਤੱਕ ਸੀਗੀ ਅਤੇ ਮੈਨੂੰ ਬਹੁਤ ਦਿੱਕਤ ਆਉਂਦੀ ਸੀ, ਬਹੁਤ ਜ਼ਿਆਦਾ ਦਿੱਕਤ। ਤੋ ਉਹ ਫਿਰ ਵੀ ਪਤਾ ਨਹੀਂ ਮੇਰੇ ਅੰਦਰ ਕੀ ਦੇਖਦੇ ਸੀਗੇ, ਮੈਨੂੰ ਕੋਈ ਨਾ ਕੋਈ ਇਹਨਾਂ ਕੰਪੀਟੀਸ਼ਨ ਦੇ ਅੰਦਰ ਮੈਨੂੰ ਗਾਈਡੈਂਸ ਦਿੰਦੇ ਰਹਿੰਦੇ ਸੀਗੇ। ਉਸ ਤੋਂ ਬਾਅਦ ਜਿਹੜਾ ਹੈ ਗਾਈਡੈਂਸ ਦਾ ਇਹ ਮਾਮਲਾ ਮੇਰਾ ਫਿਰ ਅੱਗੇ ਪ੍ਰੋਫੈਸਰ ਅਖਤਰ ਮਹਿਮੂਦ ਸਾਹਿਬ ਨੇ ਸੰਭਾਲਿਆ ਅਤੇ ਉਹਨਾਂ ਨੇ ਫਿਰ ਮੈਨੂੰ ਅੱਗੇ ਤੱਕ ਗਾਈਡ ਕੀਤਾ। ਤੋ ਗਾਈਡੈਂਸ ਜਿਹੜੀ ਹੈ ਮੈਨੇ ਦੇਖਿਆ ਕਿ ਮਲੇਰਕੋਟਲੇ ਦੇ ਅੰਦਰ ਸਭ ਤੋਂ ਵੱਡੀ ਪ੍ਰੋਬਲਮ ਹੈ। ਸਾਡੇ ਨਾਲ ਵਾਲੇ ਬੱਚੇ ਵੀ ਹੁੰਦੇ ਸੀਗੇ, ਸਟੂਡੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਰਨਾ ਕੀ ਹੈ, ਅਸੀਂ ਸਾਇੰਸ ਪੜ੍ਹ ਰਹੇ ਹਾਂ ਕਿਉਂ ਪੜ੍ਹ ਰਹੇ ਹਾਂ, ਅਸੀਂ ਆਰਟਸ ਪੜ੍ਹ ਰਹੇ ਹਾਂ ਕਿਉਂ ਪੜ੍ਹ ਰਹੇ ਹਾਂ, ਸਾਨੂੰ ਨਹੀਂ ਪਤਾ। ਐਡਮਿਸ਼ਨ ਲੈ ਲਈ ਤੁਸੀਂ, ਮਾਮੂਨ ਸਾਹਿਬ ਨੇ ਐਡਮਿਸ਼ਨ ਲੈ ਲਈ ਤਾਂ ਸ਼ਫੀਕ ਵੀ ਐਡਮਿਸ਼ਨ ਲੈ ਲਏਗਾ ਇਹਨਾਂ ਦੀ, ਬਸ ਉਹਨਾਂ ਨੇ ਜਿਹੜੇ ਸਬਜੈਕਟ ਲਏ ਨੇ ਮੈਂ ਵੀ ਲੈ ਲਾਂਗਾ। ਇੱਥੇ ਸਰ ਇੱਕ ਗੱਲ ਮੈਂ ਇੱਥੇ ਇਹ ਪੁੱਛਣੀ ਚਾਹੂੰਗਾ ਤੁਹਾਨੂੰ, ਤੁਸੀਂ ਗੱਲ ਕੀਤੀ ਕਿ ਤੁਸੀਂ ਪੰਜਾਬੀ ਮੀਡੀਅਮ ਸਕੂਲ ਤੋਂ ਸੀ। ਕਨਕਲੂਡ ਕਰਨ ਤੋਂ ਪਹਿਲਾਂ ਮੈਨੂੰ ਐਂ ਦੱਸੋ ਵੀ ਲੈਂਗੁਏਜ, ਅਗਰ ਮੈਂ ਗੱਲ ਕਰਾਂ ਇੱਕ ਮਲਟੀਨੈਸ਼ਨਲ ਲੈਂਗੁਏਜ ਹੈ ਇੰਗਲਿਸ਼ ਦੀ ਕਿੰਨੀ ਕੁ ਜ਼ਰੂਰਤ ਹੈ ਹਰੇਕ ਫੀਲਡ ਦੇ ਵਿੱਚ, ਖਾਸ ਤੌਰ 'ਤੇ ਅਗਰ ਮੈਂ ਗੱਲ ਕਰਾਂ ਤੁਹਾਡੇ ਫੀਲਡ ਦੀ, ਕਿੰਨੀ ਕੁ ਲੋੜ ਤੁਹਾਨੂੰ ਮਹਿਸੂਸ ਹੋਈ? ਦੇਖੋ ਸਰ, ਮੇਰਾ ਜੋ ਮੰਨਣਾ ਹੈ, ਜੋ ਮੈਨੇ ਵਿਦ ਐਕਸਪੀਰੀਅੰਸ ਸਿੱਖਿਆ ਹੈ, ਤਾਂ ਸਾਇੰਸ ਮੈਥਮੈਟਿਕਸ ਇਹ ਤਾਂ ਇੰਗਲਿਸ਼ ਮੀਡੀਅਮ ਦੇ ਅੰਦਰ ਹੀ ਹੋਣੇ ਚਾਹੀਦੇ ਨੇ, ਸ਼ੁਰੂ ਤੋਂ ਹੀ ਇੰਗਲਿਸ਼ ਮੀਡੀਅਮ ਦੇ ਅੰਦਰ ਹੋਣੇ ਚਾਹੀਦੇ ਨੇ, ਕਿਉਂਕਿ ਜਿਹੜੀ ਸਾਡੀ ਲੈਂਗੁਏਜ ਹੈ ਪੰਜਾਬੀ ਬੜੀ ਹੀ ਖੂਬਸੂਰਤ ਜ਼ੁਬਾਨ ਹੈ। ਇਸ ਨੂੰ BSc ਦੌਰਾਨ ਪੜ੍ਹਨ ਦਾ ਮੌਕਾ ਵੀ ਮਿਲਿਆ, ਐਸੀ ਗੱਲ ਨਹੀਂ, ਪਰ ਸਾਡੀ ਜ਼ੁਬਾਨ ਜਿਹੜੀ ਹੈ ਉਨੀ ਜ਼ਿਆਦਾ ਜੇ ਡਿਵੈਲਪ ਨਹੀਂ ਹੋਈ, ਕਿਉਂਕਿ ਕੁਝ 100 ਸਾਲ ਪੁਰਾਣੀ ਜ਼ੁਬਾਨ ਹੈ। ਤੋ ਇਸੇ ਤਰ੍ਹਾਂ ਹਿੰਦੀ ਹੈ, ਭਾਵੇਂ ਪੁਰਾਣੀ ਹੈ, ਪਰ ਅਜੇ ਵੀ ਜਿਹੜੇ ਹਿੰਦੀ ਮੀਡੀਅਮ ਦੇ ਬੱਚੇ ਨੇ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ, ਕਿਉਂਕਿ ਜਿਹੜੀ ਸਾਇੰਸ ਹੈ ਉਸ ਦਾ ਲਿਟਰੇਚਰ ਹੈ ਉਹ ਸਾਰਾ ਦਾ ਸਾਰਾ ਇੰਗਲਿਸ਼ 'ਚ ਹੈ, ਮੈਥਮੈਟਿਕਸ ਦਾ ਸਾਰਾ ਲਿਟਰੇਚਰ ਇੰਗਲਿਸ਼ 'ਚ ਹੈ। ਤੋ ਇਸ ਕਰਕੇ ਇਹ ਸਬਜੈਕਟ ਨੇ ਜਿਹੜੇ ਇੰਗਲਿਸ਼ ਦੇ ਅੰਦਰ ਹੀ ਸ਼ੁਰੂ ਤੋਂ ਪੜ੍ਹਾਏ ਜਾਣੇ ਚਾਹੀਦੇ ਨੇ। 6th ਆਨਵਰਡ ਇਹ ਸਬਜੈਕਟ ਨੇ ਸਾਰੇ ਇੰਗਲਿਸ਼ 'ਚ ਹੀ ਹੋਣੇ ਚਾਹੀਦੇ ਨੇ। ਇਸੇ ਕਰਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਪਿਛਲੇ ਕੁਝ ਸਾਲ ਪਹਿਲਾਂ ਉਹਨਾਂ ਨੇ ਜਿਹੜੀਆਂ NCERT ਦੀਆਂ ਕਿਤਾਬਾਂ ਸੀਗੀਆਂ ਉਹਨਾਂ ਦੀ ਐਗਜ਼ੈਕਟ ਹੂ-ਬ-ਹੂ ਟਰਾਂਸਲੇਸ਼ਨ ਕੀਤੀ ਹੈ, ਤਾਂ ਕਿ ਬੱਚਾ ਉਹ ਪੰਜਾਬੀ ਮੀਡੀਅਮ ਤੋਂ ਪੜ੍ਹ ਕੇ ਇੰਗਲਿਸ਼ ਟਰਾਂਸਲੇਸ਼ਨ ਨੂੰ ਸਮਝ ਕੇ ਅੱਗੇ ਚੱਲ ਸਕੇ। ਤੋ ਇੰਗਲਿਸ਼ ਦੇ ਅੰਦਰ ਹੋਣਾ ਚਾਹੀਦਾ ਸਾਰਾ ਕੁਝ, ਕਿਉਂਕਿ ਇੱਕ ਜ਼ਰੂਰਤ ਹੈ ਸਮੇਂ ਦੀ। ਮਲਟੀ ਨੈਸ਼ਨਲ ਲੈਂਗੁਏਜ ਬਣ ਚੁੱਕੀ ਹੈ, ਇੰਟਰਨੈਸ਼ਨਲ ਲੈਂਗੁਏਜ ਬਣ ਚੁੱਕੀ ਹੈ ਇੰਗਲਿਸ਼। ਤੋ ਇਸ ਲਈ ਮੈਂ ਜੋ ਸੋਚਦਾ ਹਾਂ ਸਾਇੰਸ ਤਾਂ ਇੰਗਲਿਸ਼ ਦੇ ਅੰਦਰ ਹੀ ਹੋਣੀ ਚਾਹੀਦੀ ਹੈ ਜੀ। ਅੱਛਾ ਸਰ, ਅਗਰ ਕੋਈ ਸ਼ਹਿਰ ਦਾ ਕੋਈ ਸਾਇੰਸ ਦਾ ਸਟੂਡੈਂਟ ਹੈ ਔਰ ਤੁਹਾਡੇ ਕੋਲੋਂ ਗਾਈਡੈਂਸ ਲੈਣਾ ਚਾਹੁੰਦਾ, ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ, ਤਾਂ ਪੋਸੀਬਿਲਿਟੀ ਹੈ, ਕਿਹੜਾ ਟਾਈਮ ਦੇ ਪਾਓਗੇ ਉਹਨੂੰ? ਮੈਂ ਐਕਚੁਅਲੀ ਸਾਡੇ ਪਲੇਟਫਾਰਮ 'ਤੇ ਰੀਸੈਂਟ ਟਾਈਮਸ 'ਤੇ ਮੈਂ ਇੱਕ ਫੈਸਿਲੀਟੇਟ ਵੀ ਕਰਦੇ ਹਾਂ ਸਟੂਡੈਂਟਸ ਨੂੰ, ਤਾਂ ਜੋ ਮਤਲਬ ਅੱਗੇ ਉਹਨਾਂ ਦਾ ਫਿਊਚਰ ਬਣ ਸਕੇ, ਕਿਉਂਕਿ ਐਜੂਕੇਟਿਵ ਅਤੇ ਇਨਫੋਰਮੇਟਿਵ ਚੈਨਲ ਹੈ ਸਾਡਾ, ਔਰ ਸਾਨੂੰ ਇਹੀ ਕੋਸ਼ਿਸ਼ ਰਹਿੰਦੀ ਹਰ ਟਾਈਮ, ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟ ਜਿਹੜੇ ਹੈਗੇ, ਜਿਹੜੇ ਸੀਨੀਅਰਸ ਨੇ ਉਹਨਾਂ ਤੋਂ ਸਿੱਖਣ, ਜੂਨੀਅਰਸ ਸੀਨੀਅਰਸ ਤੋਂ ਸਿੱਖਣ। ਅਗਰ ਕਿਸੇ ਬੱਚੇ ਨੇ ਮਿਲਣਾ ਤਾਂ ਕਿੱਥੇ ਮਿਲ ਸਕਦਾ ਹੈ, ਕਿਵੇਂ ਸੰਪਰਕ ਕਰ ਸਕਦਾ ਤੁਹਾਨੂੰ? ਜੀ ਸਰ, ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ ਗਾਈਡੈਂਸ ਦੀ, ਉਹ ਮੈਨੂੰ ਕਮੀ ਮਹਿਸੂਸ ਹੋਈ। ਇਸੇ ਕਰਕੇ ਮੈਂ ਅਤੇ ਮੇਰੀ ਵਾਈਫ ਨੇ ਡਿਸਾਈਡ ਕੀਤਾ ਕਿ ਅਸੀਂ ਆਪਣੇ ਸ਼ਹਿਰ 'ਚ ਚੱਲੀਏ ਵਾਪਸ, ਅਤੇ ਉੱਥੇ ਜਾ ਕੇ ਅਸੀਂ ਅਕੈਡਮੀ ਚਲਾਈਏ। ਤੋ ਅਸੀਂ ਇੱਥੇ ਆ ਕੇ ਅਕੈਡਮੀ ਸ਼ੁਰੂ ਕੀਤੀ। ਤੋ ਉਸ ਅਕੈਡਮੀ ਦਾ ਨਾਮ ਪ੍ਰੋਫੈਸਰ SPS ਅਕੈਡਮੀ ਫॉर ਐਕਸੀਲੈਂਸ ਹੈ। ਤੋ ਉਹ ਅਕੈਡਮੀ ਦੇ ਵਿੱਚ ਅਸੀਂ ਸਾਇੰਸ ਦੇ ਸਟੂਡੈਂਟਸ ਨੂੰ ਪੜ੍ਹਾਉਂਦੇ ਹਾਂ। ਗਾਈਡੈਂਸ ਦੇ ਲਈ ਵੀ ਲੋਕ ਆਉਂਦੇ ਨੇ ਸਾਡੇ ਕੋਲ, ਤੋ ਕਾਫੀ ਲੋਕ ਆਉਂਦੇ ਨੇ। ਲੋਕੇਸ਼ਨ ਸਰ? ਜੀ ਲੋਕੇਸ਼ਨ ਸਰ ਸਾਡੇ ਇਹ ਜਿਹੜਾ ਵਿਕਰਾਂਤ ਪੈਲਸ ਟੂ ਸਬਜ਼ੀ ਮੰਡੀ ਰੋਡ ਹੈ, ਮਿਨਾ ਮਸਜਿਦ ਦੇ ਸਾਹਮਣੇ ਸਾਡੀ ਅਕੈਡਮੀ ਹੈਗੀ ਹੈ। ਅਤੇ ਕੁਝ ਬੱਚੇ ਸਾਡੇ ਕੋਲ ਘਰ ਵੀ ਪੜ੍ਹਨ ਆਉਂਦੇ ਨੇ, ਅਤੇ ਇੱਥੇ ਕਿਲ੍ਹਾ ਰਹਿਮਤਗੜ੍ਹ ਦੇ ਅੰਦਰ ਜਿਹੜੀ ਸਾਡੀ ਰਿਹਾਇਸ਼ ਹੈਗੀ ਹੈ, ਅਤੇ ਉੱਥੇ ਵੀ ਕੋਈ ਆ ਸਕਦਾ ਹੈ। ਆਏ ਵੀ ਨੇ ਕਈ ਲੋਕ ਗਾਈਡੈਂਸ ਦੇ ਲਈ, ਅਕਸਰ ਆਉਂਦੇ ਰਹਿੰਦੇ ਨੇ, ਵੈਸੇ ਅੱਜ ਕੱਲ੍ਹ ਵੀ ਆਉਂਦੇ ਨੇ। ਤੋ 11 ਤੋਂ 1 ਵਜੇ ਤੱਕ ਜਿਹੜਾ ਹੈ ਮੈਂ ਫ੍ਰੀ ਹੁੰਦਾ ਹਾਂ ਸਵੇਰੇ ਜਿਹੜਾ, ਤੋ ਉਸ ਟਾਈਮ ਕੋਈ ਵੀ ਮੈਨੂੰ ਜਿਹੜਾ ਹੈਗਾ ਆ ਕੇ ਗਾਈਡੈਂਸ ਦਾ ਮਾਮਲਾ ਹੋ ਸਕਦਾ ਹੈ। ਦੂਸਰੀ ਗੱਲ ਇਹ ਹੈਗੀ ਕਿ ਮੇਰਾ ਫ਼ੋਨ ਨੰਬਰ ਹੈ, ਤੋ ਕਈ ਲੋਕ ਫ਼ੋਨ 'ਤੇ ਵੀ ਗੱਲ ਕਰਦੇ ਹੈਗੇ ਨੇ। ਤੋ ਸਾਡਾ ਏਮ ਹੈ ਕਿ ਮਲੇਰਕੋਟਲੇ ਦੇ ਲੋਕਾਂ ਨੂੰ ਅਸੀਂ ਜੋ ਸਾਨੇ ਸਿੱਖਿਆ, ਜੋ ਸਾਨੂੰ ਔਕੜਾਂ ਆਈਆਂ ਪੜ੍ਹਨ ਦੇ ਲਈ, ਤੋ ਜਿਵੇਂ ਮੇਰੇ ਵਾਈਫ ਇੱਕ ਪਿੰਡ ਤੋਂ ਹੈਗੇ ਨੇ, ਉਹਨਾਂ ਨੇ ਬੜੀ ਦਿੱਕਤ, ਉਹਨਾਂ ਨੇ ਐਜ਼ ਏ ਗਰਲ ਬਹੁਤ ਪ੍ਰੋਬਲਮ ਫੇਸ ਕੀਤੀ, ਬੱਚੀਆਂ ਨੂੰ ਪੜ੍ਹਾਉਣਾ ਬੜਾ ਮੁਸ਼ਕਿਲ ਹੁੰਦਾ ਹੈ। ਤੋ ਉਹਨਾਂ ਨੂੰ ਜਿਹੜੀਆਂ ਔਕੜਾਂ ਆਈਆਂ, ਗਾਈਡੈਂਸ ਦਾ ਇਸ਼ੂ ਆਇਆ, ਤੋ ਉਹ ਚੀਜ਼ਾਂ ਨੂੰ ਸੋਲਵ ਕਰਨਾ, ਤਾਂ ਕਿ ਸਾਡੇ ਬੱਚੇ ਹਾਇਰ ਐਜੂਕੇਸ਼ਨ ਦੇ ਅੰਦਰ ਜਾਣ, ਉਹ ਸਾਡੇ ਦੇਸ਼ ਦੇ ਅੰਦਰ ਕੋਈ ਨਾ ਕੋਈ ਰੀਪ੍ਰਜੈਂਟੇਸ਼ਨ ਲੈਣ। ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਜਿਹੜੇ IAS ਆਫੀਸਰਸ ਨੇ, ਅੱਜ ਤੱਕ ਬੈਸਟ ਆਫ ਮਾਈ ਨੌਲੇਜ ਮਲੇਰਕੋਟਲੇ ਦਾ ਕੋਈ ਵੀ ਬੰਦਾ IAS ਨਹੀਂ ਬਣਿਆ। ਭਾਵੇਂ ਸਾਡੇ ਇੱਥੇ PCS 1-2 ਹੈਗੇ ਨੇ ਬੰਦੇ, ਹੁਣ ਰੀਸੈਂਟਲੀ ਇੱਥੇ ਸਾਡੇ ਕਿਲੇ ਦੇ ਹੀ ਹੈਗੇ ਨੇ ਲਤੀਫ ਅਹਿਮਦ ਸਾਹਿਬ, ਉਹਨਾਂ ਨੇ PCS ਕੁਆਲੀਫਾਈ ਕੀਤਾ ਸੀਗਾ ਕੁਝ ਸਾਲ ਪਹਿਲਾਂ, ਅੱਜ ਕੱਲ੍ਹ ADC ਨੇ ਉਹ। ਤੋ ਅਦਰਵਾਈਜ਼ ਸਾਡੇ IAS ਦਾ ਬੰਦਾ ਹੈ ਹੀ ਨਹੀਂ ਕੋਈ, IPS ਸਾਡਾ ਕੋਈ ਬੰਦਾ ਨਹੀਂ ਹੈਗਾ। ਤੋ ਇਹ ਚੀਜ਼ ਦੀ ਜ਼ਰੂਰਤ ਹੈ। ਸਾਡਾ ਫੋਕਸ ਹੈ ਇਹ ਕਿ ਅਸੀਂ ਬੱਚਿਆਂ ਨੂੰ ਗਾਈਡ ਕਰਕੇ
ਅਸੀਂ ਹਾਇਰ ਐਜੂਕੇਸ਼ਨ ਤੇ ਸਿਵਲ ਸਰਵਿਸਿਜ਼ ਦੀ ਵੱਲ ਉਹਨਾਂ ਦਾ ਧਿਆਨ ਲੈ ਕੇ ਜਾਈਏ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਸ਼ਫੀਕ ਸਾਹਿਬ ਤੁਹਾਡਾ, ਤੁਸੀਂ ਟਾਈਮ ਦਿੱਤਾ ਹੈ ਔਰ ਸਾਨੂੰ ਆਪਣੇ ਜੋ ਐਕਸਪੀਰੀਅੰਸ ਹੈ, ਇਹ ਰਿਚ ਐਕਸਪੀਰੀਅੰਸ ਹੈ ਜੋ ਰੇਅਰ ਹੁੰਦਾ ਹੈ, ਉਹ ਉਸ ਐਕਸਪੀਰੀਅੰਸ ਦੇ ਨਾਲ ਸਾਡੇ ਵਿਊਅਰਸ ਨੂੰ ਨਵਾਜ਼ਿਆ ਔਰ ਆਪਣੀ ਨੌਲੇਜ ਸ਼ੇਅਰ ਕੀਤੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਤੁਹਾਡਾ। ਆਪਾਂ ਗੱਲ ਕਰ ਰਹੇ ਸੀ ਡਾਕਟਰ ਸ਼ਫੀਕ ਸਾਹਿਬ ਦੇ ਨਾਲ, ਜਿਨ੍ਹਾਂ ਨੇ ਬਹੁਤ ਅੱਛੀਆਂ ਗੱਲਾਂ ਦੱਸੀਆਂ ਔਰ ਇੱਕ ਸਭ ਤੋਂ ਜੋ ਮਤਲਬ ਇੱਕ ਪਿੰਚ ਕਰਨ ਵਾਲੀ ਗੱਲ ਇਹਨਾਂ ਤੋਂ ਪਤਾ ਚੱਲੀ ਹੈ ਔਰ ਆਪਾਂ ਜਾਣਦੇ ਵੀ ਹਾਂ, ਤੁਹਾਨੂੰ ਵੀ ਪਤਾ ਹੈ, ਉਹ ਗੱਲ ਇਹ ਹੈ ਕਿ ਸਾਡੇ ਕੋਲ ਕੋਰਸਿਸ ਬਹੁਤ ਹੈ, ਲੇਕਿਨ ਉਹ ਕੋਰਸਿਸ ਅੱਗੇ ਜਾ ਕੇ ਸਾਡੇ ਬੱਚਿਆਂ ਦੇ ਕੀ ਕੰਮ ਆਉਣਗੇ ਸਾਨੂੰ ਇਹ ਨਹੀਂ ਪਤਾ। कुछ रूढ़ीवादी कोर्सेज, कुछ ट्रेडिशनल एजुकेशन ज़रूर है, लेकिन मॉडर्न कोर्सेज, कुछ ऐसे जॉब ओरिएंटेड कोर्सेज जिन्हों की ज़रूरत है, वो ना तो साडा इत्थे कोई इंस्टीट्यूट ऐसा है, ना ही कोई आपां गल करिए अगर गवर्नमेंट कॉलेज की, नो डाउट गवर्नमेंट कॉलेज मलेरकोटला इज़ द बिगेस्ट इंस्टीट्यूशन ऑफ द सिटी, बट जो ज़रूरत है अज दे नौजवान नूं उन्हां चीज़ां दा भी उत्थे होना बहुत ज़्यादा ਜ਼ਰੂਰੀ है। ਆਪਾਂ ਇਹਨਾਂ ਦੀ ਨੌਲੇਜ ਦੇ ਨਾਲ ਕੁਝ ਸਿੱਖਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਲੱਗ-ਅਲੱਗ ਟੌਪਿਕਸ ਦੇ ਉੱਪਰ ਆਪਾਂ ਡਾਕਟਰ ਸਾਹਿਬ ਦੇ ਨਾਲ ਗੱਲ ਕਰਦੇ ਰਹਾਂਗੇ, ਮਿਲਦੇ ਰਹਾਂਗੇ ਔਰ ਇਹਨਾਂ ਦਾ ਜੋ ਐਡਰੈਸ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਇਹਨਾਂ ਦਾ ਨੰਬਰ ਮਿਲ ਜਾਏਗਾ। ਇਨ ਕੇਸ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਇਹਨਾਂ ਦੇ ਨਾਲ ਤਾਂ ਉਸ ਨੰਬਰ ਦੇ ਉੱਪਰ, ਇਹਨਾਂ ਦੇ ਪਲੇਸ ਦੇ ਉੱਪਰ, ਇਹਨਾਂ ਦੀ ਅਕੈਡਮੀ ਦੇ ਉੱਪਰ, ਇਹਨਾਂ ਦੇ ਘਰ ਆ ਕੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਕੋਈ ਵੀ ਗਾਈਡੈਂਸ ਦੀ ਜ਼ਰੂਰਤ ਹੈ ਤਾਂ ਗਾਈਡੈਂਸ ਮਿਲੇਗੀ। ਮੈਂ ਉਮੀਦ ਕਰਦਾ ਕਿ ਇਹ ਵੀਡੀਓ ਬਹੁਤ ਅੱਛੀ ਬਣੀ ਹੈ ਔਰ ਜੋ ਬੱਚੇ ਹੈ ਜਿਨ੍ਹਾਂ ਨੂੰ ਗਾਈਡੈਂਸ ਚਾਹੀਦੀ ਉਹਨਾਂ ਦੇ ਵਾਸਤੇ ਦ ਬੈਸਟ ਰੈਮੇਡੀ ਹੈ ਇਹ ਜੋ ਵੀਡੀਓ ਹੈ। ਇਹਨੂੰ ਸ਼ੇਅਰ ਕਰ ਦਿਓ ਕਾਈਂਡਲੀ, ਕਿਉਂਕਿ ਨੌਲੇਜ ਆਪਣੇ ਤੱਕ ਨਹੀਂ ਰੱਖੀ ਦੀ, ਨੌਲੇਜ ਆਪਾਂ ਜਿੰਨੀ ਫੈਲਾਵਾਂਗੇ ਉਨੀ ਵਧੇਗੀ। ਥੈਂਕ ਯੂ ਵੈਰੀ ਮਚ।